ਸਪਤਰਿਸ਼ੀ ਸਾਹਿਤਕ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਆਪਣਾ ਬਲਦੇਵ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਲੇਖ ਸਾਡਾ ਮਾਣ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਰਣਜੀਤ ਸਿੰਘ ਧੂਰੀ ਜੀ। ਸਤਿ ਸ੍ਰੀ ਅਕਾਲ ਧੂਰੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਧੂਰੀ ਸਾਹਿਬ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਇਹ ਪ੍ਰਸਿੱਧ ਗਜ਼ਲਕਾਰ ਨੇ। ਇਹਨਾਂ ਦੀਆਂ ਹੁਣ ਤੱਕ 2 ਕਿਤਾਬਾਂ ਆਈਆਂ ਨੇ। ਇਸ ਤੋਂ ਇਲਾਵਾ ਲਗਾਤਾਰ ਅਖਬਾਰਾਂ ਰਸਾਲਿਆਂ 'ਚ ਇਹਨਾਂ ਦੀਆਂ ਕਵਿਤਾਵਾਂ, ਗਜ਼ਲਾਂ ਅਤੇ ਹੋਰ ਸਾਹਿਤਕ ਸਮੱਗਰੀ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ। ਰੇਡੀਓ ਉੱਤੇ ਅਤੇ TV 'ਤੇ ਵੀ ਇਹ ਲਗਾਤਾਰ ਹਾਜ਼ਰੀ ਲਵਾਉਂਦੇ ਰਹਿੰਦੇ ਨੇ। ਇਹਨਾਂ ਦੀ ਨਵੀਂ ਪੁਸਤਕ ਆਈ ਹੈ, ਇੱਕ ਆਵਾਜ਼ ਤੋਂ ਰਬਾਬ ਤੱਕ। ਧੂਰੀ ਸਾਹਿਬ, ਤੁਹਾਨੂੰ ਇਸ ਪੁਸਤਕ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਬਹੁਤ ਸੋਹਣੀ ਪੁਸਤਕ ਦਰਸ਼ਕਾਂ ਦੀ ਝੋਲੀ ਪਾਈ ਹੈ। ਇਸ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਤਾਲਿਫ ਪ੍ਰਕਾਸ਼ਨ ਬਰਨਾਲਾ ਨੇ। ਜਿਹੜੇ ਵੀ ਸੱਜਣ ਇਸ ਨੂੰ ਲੈਣੀ ਚਾਹੁੰਦੇ ਨੇ ਉਹ ਇਸ ਨੂੰ ਪ੍ਰਾਪਤ ਕਰ ਸਕਦੇ ਨੇ। ਬਹੁਤ ਖੂਬਸੂਰਤ ਕਿਤਾਬ ਹੈ। ਇਸ ਤੋਂ ਪਹਿਲਾਂ ਵੀ ਇਹਨਾਂ ਦੀ ਇੱਕ ਕਿਤਾਬ ਹੋਰ ਆ ਚੁੱਕੀ ਹੈ, ਚੁੱਪ ਤੋਂ ਆਵਾਜ਼ ਤੱਕ। ਇਹ ਕਾਵਿ ਸੰਗ੍ਰਹਿ ਸੀ ਜਿਹੜਾ 2015 ਦੇ ਵਿੱਚ ਆਇਆ। ਨਵੀਂ ਜਿਹੜਾ ਇਹ ਮੌਜੂਦਾ ਸਾਡੇ ਹੱਥ 'ਚ ਗਜ਼ਲ ਸੰਗ੍ਰਹਿ ਹੈ, ਇਹ ਗਜ਼ਲ ਸੰਗ੍ਰਹਿ ਹੈ ਆਵਾਜ਼ ਤੋਂ ਰਬਾਬ ਤੱਕ। ਇਹ ਉਸ ਤੋਂ ਵੀ ਖੂਬਸੂਰਤ ਹੈ। ਇਸ ਦੀਆਂ ਮੁਬਾਰਕਾਂ ਹੋਣ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਕਿਤਾਬ ਦੀ ਇੱਕ ਹੋਰ ਖੂਬੀ ਮੇਰੀ ਜਿਹੜੀ ਨਜ਼ਰੀ ਪਈ ਹੈ, ਕਿਤਾਬ ਨੂੰ ਫਰੋਲਦਿਆਂ ਅਸੀਂ ਦੇਖਦੇ ਹਾਂ ਕਿ ਤੁਸੀਂ ਨਾਲ ਦੀ ਨਾਲ ਹਰ ਇੱਕ ਕਿਤਾਬ ਦੇ ਵਿੱਚ ਉਸ ਦਾ ਵਰਣ ਵਿਧਾਨ ਹੈ ਜਿਹੜਾ ਸ਼ੇਅਰ ਦੀ ਤੱਕ ਹੀ ਕਹਿੰਦੇ ਹੈ ਵੀ ਉਹ ਕਿਵੇਂ ਗਜ਼ਲ ਲਿਖੀ ਜਾਂਦੀ ਹੈ, ਉਹਦੇ ਵਿੱਚ ਤੁਸੀਂ ਜਿਵੇਂ ਦਰਸ਼ਕਾਂ ਨੂੰ ਦਿਖਾ ਦਿਆਂ, ਇਹਨਾਂ ਨੇ ਇਸ ਰੂਪ 'ਚ ਹਰੇਕ ਗਜ਼ਲ ਦਾ ਸ਼ੇਅਰ ਲੈ ਕੇ ਉਹਦੇ ਅੱਖਰਾਂ ਦੀ ਗਿਣਤੀ, ਉਹਦੀ ਚੀਰਫਾੜ, ਗਜ਼ਲ ਦਾ ਵਿਧਾਨ ਵੀ ਡਿਸਕਸ ਕੀਤਾ ਹੈ, ਜੋ ਇਸ ਕਿਤਾਬ ਦੀ ਨਵੀਂ ਵਿਧਾ ਹੈ। ਇਸ ਦੇ ਨਾਲ ਹੀ ਇਸ ਗਜ਼ਲ ਲਿਖੀ ਕਿਵੇਂ ਜਾਂਦੀ ਹੈ, ਇਸ ਦੇ ਮਾਮਲੇ 'ਚ ਵੀ ਇਹਨਾਂ ਨੇ ਗਜ਼ਲ ਦੇ ਪਿੱਛੇ ਇੱਕ ਲੇਖ ਲਿਖਿਆ ਹੈ। ਇਹ ਉਹ ਪ੍ਰੈਕਟੀਕਲ ਤਜਰਬੇ 'ਚੋਂ ਉਪਜੀ ਕਿਤਾਬ ਹੈ। ਇਹਦੇ ਨਾਲ ਵਿਧਾਨ ਦਿੱਤਾ ਹੈ। ਇਹ ਪਾਠਕਾਂ ਨੂੰ ਜਿੱਥੇ ਪੜ੍ਹਨ ਦੇ ਵਿੱਚ ਸੌਖ ਹੁੰਦੀ ਰਹਿੰਦੀ ਹੈ, ਉੱਥੇ ਜਿਹੜੇ ਸਿੱਖ ਰਹੇ ਹੈ ਜਾਂ ਗਜ਼ਲ ਲਿਖ ਰਹੇ ਹੈ, ਉਹਨਾਂ ਨੂੰ ਇਹ ਗਜ਼ਲ ਲਿਖਣ ਦੇ ਵਿੱਚ ਵੀ ਨਾਲ ਦੀ ਨਾਲ ਮਦਦ ਕਰਨ ਵਾਲੀ ਪੁਸਤਕ ਹੈ। ਇਹ ਇੱਕ ਪੰਖ 2 ਕਾਜ ਵਾਲੀ ਪੁਸਤਕ ਹੈ ਜਿਹੜੀ ਬਹੁਤ ਹੀ ਖੂਬਸੂਰਤ ਹੈਗੀ ਹੈ। ਆਪਾਂ ਇਸ ਪੁਸਤਕ ਸੰਬੰਧੀ, ਇਹਨਾਂ ਦੇ ਜੀਵਨ ਸਫ਼ਰ ਸੰਬੰਧੀ ਧੂਰੀ ਸਾਹਿਬ ਨਾਲ ਵਿਸਥਾਰ ਸਹਿਤ ਗੱਲਬਾਤ ਕਰਦੇ ਹਾਂ। ਧੂਰੀ ਸਾਹਿਬ, ਤੁਹਾਨੂੰ ਇਹ ਗਜ਼ਲ ਲਿਖਣ ਦੀ ਚੇਟਕ ਕਦੋਂ ਕੁ ਲੱਗੀ? ਹਾਂਜੀ ਬਲਦੇਵ ਜੀ, ਪਹਿਲਾਂ ਤਾਂ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ। ਸਪਤਰਿਸ਼ੀ ਸਾਹਿਤਕ ਚੈਨਲ ਦੇ ਵਿੱਚ ਤੁਸੀਂ ਮੈਨੂੰ ਰੂਬਰੂ ਹੋਣ ਦਾ ਇਹ ਸ਼ੁਭ ਮੌਕਾ ਦਿੱਤਾ ਅਤੇ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਦਰਜਾ ਬਦਰਜਾ ਆਦਾਬ। ਸੋ ਤੁਸੀਂ ਜੋ ਸਵਾਲ ਕੀਤਾ, ਮੈਨੂੰ ਸਾਹਿਤਕ ਚੇਟਕ ਜਿਹੜੀ ਹੈ ਆਪਣੇ ਮਾਤਾ ਜੀ ਤੋਂ ਲੱਗੀ ਬਚਪਨ ਦੇ ਵਿੱਚ ਜੀ, ਮੈਂ ਇਹ ਕਹਿ ਸਕਦਾ, ਕਿਉਂਕਿ ਉਹਨਾਂ ਨੇ ਕਿਤਾਬਾਂ ਮੈਨੂੰ ਦੇਣੀਆਂ ਬਚਪਨ ਦੇ ਵਿੱਚ ਪੜ੍ਹਨ ਵਾਸਤੇ। ਅਤੇ ਮੈਨੂੰ ਉਹ ਆਦਤ ਪੈ ਗਈ ਪੜ੍ਹਨ ਦੀ, ਸਾਹਿਤਕ ਹੋ ਗਿਆ ਫਿਰ ਮੈਂ। ਇਹਦਾ ਮਤਲਬ ਇਹ ਗੱਲ ਸੱਚ ਹੈ ਕਿ ਮਾਤਾਵਾਂ ਦਾ ਕਿਸੇ ਵੀ ਵਿਧਾ ਨਾਲ ਬੱਚੇ ਨੂੰ ਜੋੜਨ ਦੇ ਲਈ ਬਹੁਤ ਵੱਡਾ ਰੋਲ ਹੁੰਦਾ ਹੈ। ਹਾਂ, ਕਿਉਂਕਿ ਜਦੋਂ ਮਾਤਾ ਜੀ ਨੂੰ ਮੈਂ ਦੇਖਦਾ ਸੀ, ਹਮੇਸ਼ਾ ਆਪਣਾ ਘਰ ਦਾ ਕੰਮ ਖਤਮ ਕਰਕੇ ਉਹ ਕਿਤਾਬ ਹੀ ਪੜ੍ਹਦੇ ਹੁੰਦੇ ਸੀ। ਕਿਤਾਬ ਪੜ੍ਹਨੀ ਉਹਨਾਂ ਨੇ ਅਤੇ ਮੈਨੂੰ ਕਿਤਾਬ ਉਹਨਾਂ ਨੇ ਪੜ੍ਹਨ ਦੇਣੀ। ਅਤੇ ਉਸ ਕਿਤਾਬ ਬਾਰੇ ਮੈਨੂੰ 2-4 ਦਿਨ ਬਾਅਦ ਜ਼ਰੂਰ ਪੁੱਛਣਾ ਵੀ ਕਿੰਨੀ ਪੜ੍ਹੀ ਬੇਟਾ, ਕੀ ਪੜ੍ਹਿਆ, ਤੈਨੂੰ ਕੀ ਚੰਗਾ ਲੱਗਿਆ। ਜੋ ਡਿਸਕਸ਼ਨ ਘਰ ਦੇ ਵਿੱਚ ਇਸ ਤਰ੍ਹਾਂ ਦੀ ਹੋਵੇ, ਫਿਰ ਬੱਚੇ ਦਾ ਜੁੜ ਜਾਣਾ ਸੁਭਾਵਿਕ ਹੁੰਦਾ। ਸੋ ਫਿਰ 8ਵੀਂ ਕਲਾਸ ਦੇ ਵਿੱਚ ਜਦੋਂ ਮੈਂ ਥੋੜ੍ਹਾ ਬਹੁਤ ਚੇਤਨਾ ਪ੍ਰਬਲ ਹੁੰਦੀ ਹੈ ਬੱਚੇ ਦੀ ਜੀ, ਤੇ ਉਦੋਂ ਮੈਂ ਇੱਕ ਮਿੰਨੀ ਕਹਾਣੀ ਲਿਖੀ ਸੀਗੀ। ਵੈਰੀ ਗੁੱਡ। ਹਾਂਜੀ। ਕਿੰਨੇ ਸਾਲ ਦੀ ਉਮਰ ਹੋਣੀ ਤੁਹਾਡੀ ਅੰਦਾਜ਼ਨ ਉਦੋਂ? 11-12 ਸਾਲ ਦੀ ਹੋਣੀ? ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, 13 ਸਾਲ ਦੀ ਉਮਰ। 12-13 ਸਾਲ ਦੀ ਉਮਰ। ਦੇਖੋ, ਬੱਚਾ 13 ਸਾਲ ਤੋਂ ਸਿਰਜਣ ਪ੍ਰਕਿਰਿਆ ਦਾ ਮਤਲਬ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਫਿਰ ਸ਼ੁਰੂ ਹੋ ਜਾਂਦਾ। ਉਦੋਂ ਤਾਂ ਮਿੰਨੀ ਕਹਾਣੀ ਲਿਖੀ ਜੀ। ਫਿਰ ਮੈਂ ਖੁੱਲ੍ਹੀ ਕਵਿਤਾ ਵੱਲ ਆ ਗਿਆ, ਖੁੱਲ੍ਹੀ ਕਵਿਤਾ ਲਿਖਦਾ ਰਿਹਾ। ਜਿਹੜੇ ਮਿੰਨੀ ਕਹਾਣੀਆਂ ਲਿਖੀਆਂ ਸੀ ਉਹਨਾਂ ਦੀਆਂ ਖੁੱਲ੍ਹੀਆਂ ਕਵਿਤਾਵਾਂ ਬਣ ਗਈਆਂ। ਫਿਰ ਮੈਨੂੰ ਕਵਿਤਾ, ਛੰਦਬੱਧ ਕਵਿਤਾ ਦਾ ਸ਼ੌਕ ਪੈ ਗਿਆ ਹੌਲੀ ਹੌਲੀ। 1980 ਦੇ ਵਿੱਚ ਫਿਰ ਮੈਂ ਜਦੋਂ ਇੰਜੀਨੀਅਰਿੰਗ ਕਰਨੀ ਸ਼ੁਰੂ ਕੀਤੀ ਰਾਮਗੜ੍ਹੀਆ ਪੋਲੀਟੈਕਨਿਕ ਫਗਵਾੜਾ ਵਿਖੇ ਜੀ, ਉੱਥੇ ਪ੍ਰੋਫੈਸਰ ਅਜੀਤ ਸਿੰਘ ਹਿਰਖੀ ਜੀ ਸੀਗੇ ਜਿਹੜੇ, ਉਹ ਜਨਾਬ ਦੀਪਕ ਜਤੋਈ ਸਾਹਿਬ ਦੇ ਸ਼ਾਗਿਰਦ ਸੀਗੇ। ਉਹਨਾਂ ਨੇ ਜਦੋਂ ਇੱਕ ਦਿਨ ਸਾਤੋਂ ਕਵਿਤਾਵਾਂ ਵਗੈਰਾ ਸੁਣੀਆਂ ਅਤੇ ਉਹਨਾਂ ਨੇ ਦੇਖਿਆ ਵੀ ਮੇਰੇ ਕੋਲ 4-5 ਸਟੂਡੈਂਟ ਇਹੋ ਜਿਹੇ ਹੈਗੇ ਨੇ ਜਿਹੜੇ ਕਵਿਤਾ ਲਿਖਦੇ ਨੇ ਅਤੇ ਗਜ਼ਲ ਦੇ ਵਿੱਚ ਸ਼ੌਕ ਵੀ ਰੱਖਦੇ ਨੇ। ਉਹਨਾਂ ਨੇ ਸਾਨੂੰ ਥੋੜ੍ਹੀ ਜਾਣਕਾਰੀ ਦੇ ਕੇ ਇੱਕ ਟੈਸਟ ਲਿਆ। ਉਸ ਟੈਸਟ ਦੇ ਵਿੱਚ ਮੇਰਾ ਪਹਿਲਾ ਨੰਬਰ ਆ ਗਿਆ ਜੀ। ਅਤੇ ਗਜ਼ਲ ਉਹਨਾਂ ਨੇ ਵਿਧੀ ਵਿਧਾਨ ਸਮਝਾ ਕੇ ਸਾਨੂੰ ਜਦੋਂ ਦਿੱਤਾ ਉਹਦਾ ਕਾਫੀ ਹਰਦੀਪ, ਅਤੇ ਉਹ ਲਿਖੇ ਅਸੀਂ ਉਹਦੇ ਉੱਪਰ ਸ਼ੇਰ।
ਜੀ ਹਾਂਜੀ, ਪੇਪਰ ਵਾਂਗੂ। ਤੇ ਇਸ ਤਰ੍ਹਾਂ ਮੈਂ ਫਿਰ ਜੁੜ ਗਿਆ। ਤੇ 1983 ਦੇ ਵਿੱਚ ਮੇਰੇ ਦੋਸਤ ਸੀਗੇ ਇੱਕ ਕੁਲਵਿੰਦਰ USA, ਅੱਜ ਕੱਲ੍ਹ USA ਨੇ ਉਹ ਪ੍ਰਿੰਸੀਪਲ ਤਖਤ ਸਿੰਘ ਜੀ ਦੇ ਸ਼ਾਗਿਰਦ ਸੀਗੇ। 1983 ਜਦੋਂ ਉਹ USA ਗਏ ਤਾਂ ਉਹਨਾਂ ਨੇ ਮੈਨੂੰ ਪ੍ਰਿੰਸੀਪਲ ਤਖਤ ਸਿੰਘ ਜੀ ਨਾਲ ਜੋੜਤਾ ਜੀ, ਉਹਨਾਂ ਨੂੰ ਮਿਲਾਇਆ। ਤੇ ਮੈਂ ਲਗਾਤਾਰ ਫਿਰ 1990 ਤੱਕ ਜਿੰਨੀ ਦੇਰ ਸਰੀਰ 'ਚ ਰਹੇ ਪ੍ਰਿੰਸੀਪਲ ਸਾਹਿਬ, ਮੈਂ ਜਗਰਾਓਂ ਜਾ ਕੇ ਉਹਨਾਂ ਦੇ ਪ੍ਰਿੰਸੀਪਲ ਤਖਤ ਸਿੰਘ ਗਜ਼ਲ ਸਕੂਲ ਜੋ ਚੱਲਦਾ ਸੀ ਉੱਥੇ ਜਾ ਕੇ ਮੈਂ ਬਾਕਾਇਦਾ ਸਿੱਖਿਆ ਲੈਂਦਾ ਰਿਹਾ ਗਜ਼ਲ ਦੀ। ਇਹਦਾ ਮਤਲਬ ਤੁਸੀਂ ਕੋਈ ਗਜ਼ਲ ਸਿੱਖਣ ਦੇ ਲਈ ਗੁਰੂ ਵੀ ਧਾਰਨ ਕੀਤਾ? ਹਾਂ ਬਿਲਕੁਲ ਜੀ, ਬਿਲਕੁਲ। ਇਹ ਗਜ਼ਲ ਸਿੱਖਣ ਵਾਸਤੇ, ਜਿਵੇਂ ਤੁਸੀਂ ਬਹੁਤ ਵਧੀਆ ਇਹ ਪੁੱਛਿਆ ਮੈਨੂੰ, ਗਜ਼ਲ ਸਿੱਖਣ ਵਾਸਤੇ ਉਸਤਾਦ ਧਾਰਨਾ ਬਹੁਤ ਜ਼ਰੂਰੀ ਹੈ ਜੀ। ਜਿਹੜੀ ਹੁਣ ਦੀ ਪਨੀਰੀ ਹੈ ਸਾਡੀ, ਬਹੁਤ ਸਤਿਕਾਰਯੋਗ ਨੇ ਸਾਰੇ ਬੱਚੇ ਜਿਹੜੇ ਹੁਣ ਵੀ ਲਿਖ ਰਹੇ ਨੇ, ਪਰ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਹੈ ਵੀ ਅਸੀਂ ਕਿਤਾਬਾਂ ਰਾਹੀਂ ਜਾਂ ਨੈੱਟ ਰਾਹੀਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਬਹੁਤ ਕੁਝ ਸਿੱਖ ਵੀ ਸਕਦੇ ਹਾਂ। ਸਿਰਫ ਕਿਤਾਬੀ ਜਾਣਕਾਰੀ ਨਾਲ ਹੀ ਗਜ਼ਲ ਲਿਖਣੀ ਨਹੀਂ ਆਉਂਦੀ। ਅੱਛਾ, ਜਿਹੜਾ ਰੂਬਰੂ ਹੋਣਾ ਇੱਕ ਗਜ਼ਲ ਉਸਤਾਦ ਦੇ, ਕੱਲੀ ਗੱਲ ਦੀ, ਉਹਦੀ ਆਪਣੀ ਗਜ਼ਲ ਬਾਰੇ ਉਹਨਾਂ ਤੋਂ ਸਲਾਹ ਲੈਣੀ, ਇਸਲਾਹ ਕਹਿੰਦੇ ਨੇ ਉਹਨੂੰ, ਇਸਲਾਹ ਲੈਣੀ ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਇੰਨਾ ਕੁਝ ਕਿਤਾਬਾਂ ਦੇ ਦੁਆਰਾ ਨਹੀਂ ਜਾਣਿਆ ਜਾ ਸਕਦਾ। ਇਹਦਾ ਮਤਲਬ ਇਹ ਵੀ ਅੱਜ ਉਨੀ ਸੱਚਾਈ ਹੈ ਵੀ ਗੁਰੂ ਹੋਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਹਾਂਜੀ, ਅੱਜ ਹੋਰ ਵੀ ਜ਼ਰੂਰੀ ਹੈ, ਅੱਜ ਹੋਰ ਵੀ ਜ਼ਰੂਰੀ ਹੈ। ਹੁਣ 1990 ਤੋਂ ਬਾਅਦ ਮੈਂ ਕਿਤਾਬਾਂ ਤੇ ਹੋ ਗਿਆ, ਫਿਰ ਕਿਤਾਬਾਂ ਪੜ੍ਹੀਆਂ ਫਿਰ ਮੈਂ ਉਸ ਤੋਂ ਬਾਅਦ ਜੀ। ਤੇ ਹੁਣ ਮੈਂ 2020 ਦੇ ਵਿੱਚ ਜਦੋਂ ਮੇਰੀ ਚੁੱਪ ਆਵਾਜ਼ ਤੋਂ ਰਬਾਬ ਤੱਕ ਇਹ ਰਿਲੀਜ਼ ਸਮਾਰੋਹ ਹੋਇਆ ਬਰਨਾਲਾ ਵਿਖੇ, ਡਾਕਟਰ ਨਿਰਾਲਾ ਸਾਹਿਬ ਨੇ ਕਰਵਾਇਆ ਸੀ ਇਹ ਜੀ। ਉੱਥੇ ਸੁਲੱਖਣ ਸਰਹੱਦੀ ਸਾਹਿਬ ਜਿਨ੍ਹਾਂ ਨੇ ਮੁੱਖ ਸ਼ਬਦ ਲਿਖੇ ਸੀ ਇਸ ਕਿਤਾਬ ਬਾਰੇ, ਉਹ ਵੀ ਆਏ। ਤੇ ਮੈਂ ਇਸ ਪਰੰਪਰਾ ਨੂੰ ਨਵਾਂ ਰੱਖਣ ਵਾਸਤੇ, ਭਾਵੇਂ ਕਿ ਮੈਨੂੰ ਗਜ਼ਲ ਉਸਤਾਦ ਦੀ ਜ਼ਰੂਰਤ ਨਹੀਂ ਸੀਗੀ, ਤੁਸੀਂ ਕਿਤਾਬ 'ਚੋਂ ਦੇਖੋਗੇ ਜਿੰਨੀ ਕੁ ਜਾਣਕਾਰੀ ਹੈਗੀ ਉਹ ਸਫੀਸ਼ੀਐਂਟ ਸੀ, ਪਰ ਮੈਂ ਹੋਰ ਵੀ ਅੱਗੇ ਜ਼ਿਆਦਾ ਇਸ ਨੂੰ ਸਿੱਖਣਾ ਚਾਹੁੰਦਾ। ਤੇ ਕਿਉਂਕਿ ਮੈਨੂੰ ਇਹਦੇ ਨਾਲ ਗਜ਼ਲ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ, ਇੰਨਾ ਜ਼ਿਆਦਾ ਇਸ਼ਕ ਹੈ ਇਹਦੇ ਨਾਲ ਮੈਨੂੰ, ਕਿ ਮੈਂ ਹੋਰ ਅੱਗੇ ਤੋਂ ਅੱਗੇ ਇਹਨੂੰ ਸਿੱਖਣਾ ਚਾਹੁੰਦਾ। ਇਹਨੂੰ ਪੰਜਾਬੀ ਮਾਂ ਬੋਲੀ ਦੇ ਹਾਣ ਦੀ ਬਣਾਉਣਾ ਚਾਹੁੰਦਾ ਗਜ਼ਲ ਨੂੰ। ਇਹਦਾ ਮਤਲਬ ਸਿੱਖ ਰਹੇ ਹੋ ਤੁਸੀਂ ਇਸ ਉਮਰੇ? ਹਾਂ, ਮੈਂ ਇਸ ਉਮਰ ਵੀ ਸਿੱਖਣ ਦੇ ਵਿੱਚ ਵਿਸ਼ਵਾਸ ਰੱਖਦਾ। ਮੈਂ ਹੋਰ ਅੱਗੇ ਤੋਂ ਅੱਗੇ ਸਿੱਖਣਾ ਚਾਹੁੰਦਾ। ਜਿਹੜੀਆਂ ਬਹਿਰਾਂ ਦੇ ਵਿੱਚ ਨਹੀਂ ਅਜੇ ਤੱਕ ਮੈਂ ਪਹੁੰਚਿਆ, ਮੈਂ ਉਹਨਾਂ ਬਹਿਰਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਮੇਰਾ ਨਵਾਂ ਗਜ਼ਲ ਸੰਗ੍ਰਹਿ ਹੈ, ਜਲਦੀ ਉਹ ਆ ਜਾਏਗਾ, 2021 'ਚ ਹੀ ਮੇਰੇ ਖਿਆਲ ਜੁਲਾਈ ਤੱਕ ਆ ਜਾਏਗਾ। ਤੁਸੀਂ ਦੇਖੋਗੇ ਉਹਦੇ ਵਿੱਚ ਹੋਰ ਨਵੀਆਂ ਬਹਿਰਾਂ, ਜਿਹੜੀਆਂ ਬਹੁਤ ਸੰਗਲੱਖ ਬਹਿਰਾਂ ਜਿਨ੍ਹਾਂ 'ਚ ਨਹੀਂ ਗਜ਼ਲਕਾਰ ਆਮ ਕਰਕੇ ਲਿਖਦੇ, ਉਹਨਾਂ ਵਿੱਚ ਮੈਂ ਗਜ਼ਲਾਂ ਲਿਖੀਆਂ ਨੇ, ਜਿਹੜੀਆਂ ਵਿਚਾਰਕ ਪੱਖੋਂ ਵੀ ਅਤੇ ਰੂਪ ਵਿਧਾਨ ਪੱਖੋਂ ਵੀ ਕਾਫੀ ਪਰਪੱਕ ਹੋਣਗੀਆਂ। ਕਿਉਂਕਿ ਇਸਲਾਹ ਮੈਂ ਹੁਣ ਸਰਹੱਦੀ ਸਾਹਿਬ ਤੋਂ ਲੈ ਰਿਹਾ। ਰਣਜੀਤ ਸਿੰਘ ਜੀ, ਤੁਹਾਡੀਆਂ ਗਜ਼ਲਾਂ ਨੂੰ ਜਦੋਂ ਦੇਖਦੇ ਹਾਂ, ਇਹਨਾਂ ਦੇ ਇੱਕ ਟਾਈਟਲ ਦਾ ਵੀ ਕੋਈ ਖਾਸ ਕਾਰਨ ਹੁੰਦਾ ਹੈ। ਜਿਵੇਂ ਤੁਹਾਡੀ ਪਹਿਲੀ ਕਿਤਾਬ ਦਾ ਹੈਗਾ ਚੁੱਪ ਤੋਂ ਆਵਾਜ਼ ਤੱਕ, ਜਿਹੜਾ ਕਾਵਿ ਸੰਗ੍ਰਹਿ ਹੈ। ਜਿਹੜੀ ਤੁਹਾਡੀ ਦੂਸਰੀ ਕਿਤਾਬ ਬੜੀ ਮਕਬੂਲ ਕਿਤਾਬ ਹੈ, ਗਜ਼ਲ ਸੰਗ੍ਰਹਿ ਆਉਂਦਾ ਹੈ, ਉਹਦਾ ਟਾਈਟਲ ਹੈ ਆਵਾਜ਼ ਤੋਂ ਰਬਾਬ ਤੱਕ। ਇਹ ਜਾਂ ਕੋਈ ਅੱਗੇ ਆਏਗੀ ਉਹਦਾ ਕੀ ਟਾਈਟਲ ਹੋਏਗਾ? ਕੋਈ ਇਹ ਵੈਸੀ ਅਚਨਚੇਤ ਹੋ ਗਿਆ ਜਾਂ ਕੋਈ ਤੁਹਾਡੀ ਸੋਚ ਦਾ ਹਿੱਸਾ ਵੀ ਇਦਾਂ ਦੇ ਟਾਈਟਲ ਸੋਚਣਾ? ਬਹੁਤ ਵਧੀਆ ਸਵਾਲ ਕੀਤਾ ਵੀਰ ਜੀ ਤੁਸੀਂ ਇਹ ਜੀ। ਚੁੱਪ ਤੋਂ ਆਵਾਜ਼ ਤੱਕ ਜਿਹੜੀ ਚੁੱਪ ਹੁੰਦੀ ਹੈ ਨਾ ਸਾਹਿਤਕਾਰ ਦੀ ਜੀ, ਚੁੱਪ ਉਹਦੇ ਵਿਚਾਰਾਂ ਨੂੰ ਪਰਪੱਕਤਾ ਦੇਣ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਇੱਕ ਸ਼ੇਰ ਦਾ ਮਿਸ਼ਰਾ ਵੀ ਹੈਗਾ, ਚੁੱਪ ਰਹਿਣਾ ਪਹਿਲਾਂ ਸਿੱਖੋ, ਬੋਲਣਾ ਆਵੇਗਾ ਫਿਰ। ਉਦੋਂ ਤੱਕ ਬੋਲਣਾ ਨਹੀਂ ਬੰਦੇ ਨੂੰ ਆ ਸਕਦਾ, ਲਿਖਣਾ ਨਹੀਂ ਬੰਦੇ ਨੂੰ ਆ ਸਕਦਾ, ਜਦੋਂ ਤੱਕ ਉਹ ਆਪਣੀ ਚੁੱਪ ਨੂੰ ਮਾਣਦਾ ਨਹੀਂ ਹੈਗਾ। ਅੱਛਾ ਜੀ। ਹਾਂਜੀ, ਪੜ੍ਹ ਕੇ ਸਿਰਫ ਬੋਲ ਦੇਣਾ, ਲਿਖ ਦੇਣਾ ਉਹ ਨਹੀਂ, ਉਹਨੂੰ ਚੁੱਪ ਨਾਲ ਮੰਨਣਾ ਪੈਣਾ। ਚੁੱਪ ਨਾਲ ਕੀ ਆ, ਉਹਦੇ ਨਾਲ ਬੰਦਾ ਜਦੋਂ ਅੰਤਰ ਧਿਆਨ ਹੁੰਦਾ ਨਾ, ਫਿਰ ਉਹ ਆਵਾਜ਼ ਬਣਦੀ ਹੈ। ਚੁੱਪ ਤੋਂ ਬਾਅਦ ਆਵਾਜ਼ ਬਣਦੀ ਹੈ। ਫਿਰ ਆਵਾਜ਼ ਤੋਂ ਮੈਂ ਸੰਗੀਤ ਨਾਲ ਜੁੜਿਆ ਉਸ ਤੋਂ ਬਾਅਦ। ਅੱਛਾ ਜੀ। ਆਵਾਜ਼ ਤੋਂ ਬਾਅਦ ਜਿਹੜੀਆਂ ਮੇਰੀਆਂ ਰਚਨਾਵਾਂ ਗਜ਼ਲਾਂ ਆਈਆਂ ਤੇ ਮੈਨੂੰ ਸੰਗੀਤ ਨਾਲ ਪ੍ਰੇਮ ਹੋਇਆ ਜਦੋਂ, ਤਾਂ ਆਵਾਜ਼ ਤੋਂ ਫਿਰ ਮੈਨੂੰ ਰਬਾਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕਿਸੇ ਹੋਰ ਚੀਜ਼ ਨਾਲ ਅੱਗੇ ਰਬਾਬ ਤੋਂ ਅੱਗੇ ਹੋਰ ਚੀਜ਼ ਤੱਕ ਵਿਚਾਰ ਚੱਲ ਰਹੇ, ਵਿਚਾਰ ਹਾਂ ਜੋ ਚੱਲ ਰਹੇ ਨੇ। ਉਹ ਅਗਲੀ ਕਿਤਾਬ ਦਾ ਨਾਮ ਹੈ ਰਣਜੀਤ ਸਿੰਘ ਜੀ। ਜਿਹੜਾ ਮੈਂ ਇਹ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤਾ ਸੀ, ਤੁਸੀਂ ਗਜ਼ਲ ਪਰਪੱਕ ਲਿਖਦੇ ਹੋ, ਗਜ਼ਲ 'ਚ ਪਰਪੱਕ ਹੋ ਤੁਸੀਂ। ਨਾਲ ਦੀ ਨਾਲ ਉਹਦਾ ਆਲੋਚਨਾਤਮਕ ਅਧਿਐਨ ਜਾਂ ਉਹਦੀ ਵਿਧਾ ਕੀ ਹੈ, ਉਹਦੇ ਸ਼ਬਦਾਂ ਦਾ ਜੋੜ ਕੀ ਹੈ, ਰੁਕਨ ਕੀ ਹੈ, ਬਹਿਰ ਕੀ ਹੈ, ਉਹ ਵੀ ਤੁਸੀਂ ਇੱਕ ਪਿੱਛੇ ਆਰਟੀਕਲ ਆਇਆ ਪੂਰਾ 10-15 ਪੇਜ ਦਾ, ਜਿਹੜਾ ਬੇਸਿਕ ਗਜ਼ਲ ਦੀ ਤਰਤੀਬ ਸਮਝਾਉਂਦਾ ਹੈ, ਵਿਧਾ ਸਮਝਾਉਂਦਾ ਹੈ। ਇਸ ਦੇ ਨਾਲ ਹੀ ਹਰ ਗਜ਼ਲ ਦੇ ਨੀਚੇ
ਤੁਸੀਂ ਇੱਕ ਚਾਰਟ ਬਣਾ ਕੇ ਵੀ ਗਜ਼ਲ ਦੇ ਇੱਕ ਸ਼ੇਅਰ ਨੂੰ ਸਮਝਾਇਆ ਗਿਆ। ਇਸ ਪਿੱਛੇ ਤੁਹਾਡੀ ਕੀ ਵਿਚਾਰ ਕੰਮ ਕਰਦਾ? ਨਹੀਂ ਤਾਂ ਆਮ ਤੌਰ ਤੇ ਅਲੱਗ-ਅਲੱਗ ਸਬਜੈਕਟ ਨੇ, ਆਲੋਚਕ ਆਪਣੇ ਉਹ ਵਿਧਾਨ ਤਿਆਰ ਕਰੀ ਜਾਂਦੇ ਨੇ, ਗਜ਼ਲਕਾਰ ਆਪਣੀ ਗਜ਼ਲ ਸਿਰਜੀ ਜਾਂਦਾ ਹੈ। ਇਹ ਇੱਕੋ ਵਿਅਕਤੀ 'ਚ ਦੋ ਗੁਣ ਤੇ ਤੁਸੀਂ ਉਹਨਾਂ ਨੂੰ ਵਿਵਹਾਰਕ ਰੂਪ ਵਿੱਚ ਵੀ ਫਿੱਟ ਕਰਕੇ ਦਿਖਾਇਆ। ਇਹਦਾ ਮਤਲਬ ਤੁਹਾਡਾ ਤਜਰਬਾ ਬਹੁਤ ਮੁੱਲਵਾਨ ਹੈ। ਹਾਂਜੀ ਇਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ। ਇਹਦੇ ਪਿੱਛੇ ਮੇਰੀ ਇਹ ਸੋਚ ਕੰਮ ਕਰਦੀ ਸੀ ਵੀ ਜੋ ਸਾਡਾ ਤਜਰਬਾ ਹੈ, ਅਸੀਂ ਬਹੁਤ ਮਿਹਨਤ ਦੇ ਨਾਲ ਉਹ ਜੋ ਤਜਰਬਾ ਅਸੀਂ ਹਾਸਲ ਕੀਤਾ ਜੀ, ਮੈਂ ਚਾਹੁੰਦਾ ਉਹ ਨਵੀਂ ਪਨੀਰੀ ਤੱਕ ਜ਼ਰੂਰ ਪਹੁੰਚੇ। ਜਿਹੜੇ ਸਾਡੇ ਨਵੇਂ ਸਿਖਿਆਰਥੀ ਹੈ ਤੇ ਖੋਜਾਰਥੀ ਹੈ ਗਜ਼ਲ ਦੇ, ਕਿਉਂਕਿ ਉਹ ਕਿਤੇ ਨਾ ਕਿਤੇ ਮੈਨੂੰ ਉਲਝਣ ਤਾਣੀ ਵਿੱਚ ਪਏ ਲੱਗਦੇ। ਜਦ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਸੀਗਾ ਤਾਂ ਉਹ ਸੰਤੁਸ਼ਟੀ ਭਰੇ ਜਵਾਬ ਨਹੀਂ ਦੇ ਸਕਦੇ ਸੀਗੇ, ਕਿਉਂਕਿ ਗਜ਼ਲ ਇਹ ਉਰਦੂ ਤੇ ਫਾਰਸੀ ਚੋਂ ਆਈ ਕਹੀ ਜਾਂਦੀ ਹੈ, ਪਰ ਮੈਂ ਇਹ ਗਜ਼ਲ ਨੂੰ ਮੰਨਦਾ ਇੱਕ ਤੋਂ ਬਾਹਰੋਂ ਨਹੀਂ ਆਈ ਹੈਗੀ। ਇਹ ਸਾਡੇ ਪੰਜਾਬ ਦੀ ਉਹ ਗਜ਼ਲ ਹੈ ਇਹ। ਅੱਛਾ ਜੀ। ਕਿਉਂਕਿ ਜਿੰਨੀ ਵੀ ਗੁਰਬਾਣੀ ਹੈ ਸਾਰੀ ਪਿੰਗਲ ਦੇ ਵਿੱਚ ਦੋਹੇ, ਫਰੀਦ ਸਾਹਿਬ ਦੇ ਦੋਹੇ ਤਾਂ ਸਾਡੇ ਕੋਲ ਦੇਖੋ ਤੁਸੀਂ ਕਿੰਨੀਆਂ ਸਦੀਆਂ ਪੁਰਾਣੇ ਨੇ, ਤੇ ਉਹ ਸਾਰੇ ਗਜ਼ਲ ਦੇ ਹਿੱਸਾ ਨੇ। ਉਹ ਸ਼ੇਰ ਨੇ ਇੱਕ, ਜਿਹੜੇ ਦੋਹੇ ਨੇ। ਜਿੰਨੀ ਵੀ ਗੁਰਬਾਣੀ ਲਿਖੀ ਗਈ ਹੈ ਗੁਰੂ ਸਾਹਿਬਾਨ ਵੱਲੋਂ ਸਾਰੀ ਹੀ ਪਿੰਗਲ ਦੇ ਵਿੱਚ ਰਚੀ ਗਈ ਆ ਉਹ। ਹਾਂਜੀ, ਪਿੰਗਲ ਤਾਂ ਸਾਡੇ ਕੋਲ ਬਹੁਤ ਪੁਰਾਣਾ, ਤੇ ਅਰੂਜ ਵੀ ਇਹਦਾ ਹਿੱਸਾ ਹੀ ਹੈ। ਪਿੰਗਲ ਦੇ ਵਿੱਚ ਵੀ ਗਜ਼ਲ ਲਿਖੀ ਜਾਂਦੀ ਹੈ ਤੇ ਅਰੂਜ ਦੇ ਵਿੱਚ ਵੀ ਹੁਣ ਸਭ ਤੋਂ ਜ਼ਿਆਦਾ ਅਰੂਜ ਦੇ ਵਿੱਚ ਲਿਖੀ ਜਾ ਰਹੀ ਹੈ। ਅਰੂਜ ਦੇ ਵਿੱਚ ਭਾਵੇਂ ਔਖੀਆਂ ਵਿਧਾਵਾਂ ਨੇ ਜਿਹੜੀਆਂ ਬਹਿਰਾਂ ਨੇ ਨਹੀਂ ਸਮਝ ਆਉਂਦੀਆਂ, ਉਹਨਾਂ ਦੇ ਨਾਮ ਅਜੇ ਵੀ ਬਹਿਰਾਂ ਦੇ ਉਰਦੂ ਦਾ ਫਾਰਸੀ ਦੇ ਵਿੱਚ ਚੱਲੇ ਆ ਰਹੇ ਨੇ। ਜੀ। ਉਹ ਨਾਮ ਉਹ ਹੂਬਹੂ ਉਸੇ ਤਰ੍ਹਾਂ ਹੀ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਕਿਉਂਕਿ ਉਹਨਾਂ ਦਾ ਆਪਾਂ ਕੋਈ ਤਰਜਮਾ ਕਰਕੇ ਪੰਜਾਬੀ ਦੇ ਵਿੱਚ ਨਾਮ ਅਜੇ ਤੱਕ ਨਹੀਂ ਰੱਖ ਸਕੇ ਉਹਨਾਂ ਦਾ ਜੀ। ਤੇ ਨਾਮ ਨਾਲ ਭਾਵੇਂ ਨਹੀਂ ਮਤਲਬ ਹੈਗਾ ਕੋਈ ਵੀ ਨਾਮ ਜਿਹੜਾ ਮਰਜ਼ੀ ਹੋਵੇ ਬਹਿਰ ਦਾ, ਪਰ ਉਹਦੇ ਸਰੂਪ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਕੀ ਰੁਕਨ ਨੇ, ਅੱਖਰ ਕਿਹੜੇ ਨੇ ਉਹਦੇ, ਤੇ ਉਹਦਾ ਸਰੂਪ ਕੀ ਆ। ਸਰੂਪ ਦੇ ਵਿੱਚ ਲਘੂ ਹੁੰਦਾ, ਗੁਰੂ ਹੁੰਦਾ ਜੀ। ਲਘੂ ਤੇ ਗੁਰੂ ਮਾਤਰਾਵਾਂ ਹੁੰਦੀਆਂ ਨੇ ਉਹਦੇ ਵਿੱਚ ਸਰੂਪ ਦੇ ਵਿੱਚ। ਉਹ ਵੀ ਮੈਂ ਸਮਝਾਇਆ ਪਿੱਛੇ, ਜਿਹੜਾ 20 ਪੇਜਾਂ ਦਾ ਲੇਖ ਲਿਖਿਆ ਉਹਦੇ ਵਿੱਚ ਮੈਂ ਪੂਰਾ ਮਤਲਬ ਵਿਸਥਾਰ ਨਾਲ ਉਹਦੇ ਬਾਰੇ ਚਰਚਾ ਕੀਤੀ ਹੈ, ਤੇ ਪੰਜਾਬੀ ਦੇ ਵਿੱਚ ਚਰਚਾ ਕੀਤੀ ਹੈ। ਅੱਛਾ, ਗੁਰੇਜ਼ ਕੀਤਾ ਉਰਦੂ ਤੇ ਫਾਰਸੀ ਦੇ ਸ਼ਬਦਾਂ ਤੋਂ, ਤੇ ਤਾਂ ਕਿ ਮੇਰੇ ਦਿਮਾਗ ਵਿੱਚ ਇਹ ਗੱਲ ਸੀਗੀ ਵੀ ਮੈਂ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਵਿੱਚ ਇੱਕ ਪੁਲ ਦਾ ਕੰਮ ਕਰਾਂ ਮੈਂ। ਸੋ ਅੱਛਾ, ਪੁਲ ਤੋਂ ਗੱਲ ਯਾਦ ਆਉਂਦੀ ਹੈ ਆਪਾਂ ਨੂੰ ਕਿ ਸਾਡੇ ਕੋਲ ਨਵੀਂ ਪੀੜ੍ਹੀ ਹੈਗੀ ਹੈ ਜਿਹੜੀ ਤੁਹਾਡਾ ਗਜ਼ਲ ਦੇ ਵਿੱਚ ਲੰਮਾ ਤਜਰਬਾ ਹੈ। ਤੁਸੀਂ ਦੋ ਤਜਰਬੇ ਰੱਖਦੇ ਹੋ, ਇੱਕ ਵਰਸੇ ਗਜ਼ਲ ਸਿਰਜ ਵੀ ਰਹੇ ਹੋ ਤੇ ਦੂਜਾ ਗਜ਼ਲ ਦਾ ਵਿਧਾਨ ਕੀ ਹੈ ਉਹ ਤੇ ਵੀ ਤੁਸੀਂ ਚੋਖੀ ਪਕੜ ਰੱਖਦੇ ਹੋ। ਸਮਾਂ ਆਪਣੇ ਕੋਲ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ। ਇਹਦੇ ਵਿੱਚ ਤੁਸੀਂ ਸਾਡੇ ਜਿਹੜੇ ਨਵੇਂ ਪਾਠਕ ਨੇ ਜਾਂ ਨਵੇਂ ਲੇਖਕ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਦੇ ਇਸ ਗਜ਼ਲ ਦੀ ਸਿਰਜਣਾ ਪ੍ਰਤੀ ਉਹ ਕਿਹੜੀਆਂ ਚੀਜ਼ਾਂ, ਕਿਹੜੇ ਗੱਲਾਂ ਵੱਲ ਧਿਆਨ ਦੇਣ? ਇੱਕ ਗਜ਼ਲਕਾਰ ਲਈ ਜਿਹੜੀਆਂ ਮੁੱਢਲੇ ਰੂਪ ਤੁਸੀਂ ਮੰਨਦੇ ਹੋ ਕਿ ਆਹ ਚੀਜ਼ਾਂ ਤਾਂ ਉਹਦੇ ਕੋਲ ਭਾਈ ਹੋਣੀਆਂ ਚਾਹੀਦੀਆਂ ਨੇ, ਫਾਰ ਐਗਜ਼ਾਮਪਲ ਉਹਨੂੰ ਗਿਆਨ ਹੋਣਾ ਚਾਹੀਦਾ, ਗੁਰੂ ਹੋਣਾ ਚਾਹੀਦਾ, ਜਾਂ ਇਹੋ ਜਿਹੀਆਂ ਹੋਰ ਕਿੰਨੀਆਂ ਕੁ ਚੀਜ਼ਾਂ ਦੀ ਤੁਸੀਂ ਗੱਲ ਕਰਦੇ ਹੋ? ਬਿਲਕੁਲ, ਇੱਕ ਤਾਂ ਮਾਂ ਬੋਲੀ ਨਾਲ ਬਹੁਤ ਨਿੱਠ ਕੇ ਪ੍ਰੇਮ ਕਰਨਾ ਚਾਹੀਦਾ ਜੀ। ਜੋ ਗਜ਼ਲਕਾਰ ਮਤਲਬ ਆਪਣੀ ਬੋਲੀ ਨੂੰ ਪਰਪੱਕ ਤੇ ਉੱਪਰ ਮੰਨਣਾ ਚਾਹੀਦਾ, ਦੇ ਵਿੱਚ ਉੱਪਰ ਮੰਨਣਾ ਚਾਹੀਦਾ, ਕਿਉਂਕਿ ਉਰਦੂ ਦੇ ਵਿੱਚ ਬਹੁਤ ਸਾਰੇ ਲਫ਼ਜ਼ ਇਸ ਤਰ੍ਹਾਂ ਨੇ ਜਿਵੇਂ ਉਲਫਤ ਹੈ ਜੀ, ਠੀਕ ਹੈ। ਉਰਦੂ ਦੇ ਸ਼ਬਦ ਬਹੁਤ ਤੁਸੀਂ ਪੜ੍ਹੇ ਹੋਣਗੇ। ਹਾਂ ਬਿਲਕੁਲ। ਉਰਦੂ ਦੇ ਲਫ਼ਜ਼ ਉਹਦੀ ਆਪਾਂ ਪੰਜਾਬੀ 'ਚ ਕਿਉਂ ਨਹੀਂ ਲਿਖ ਸਕਦੇ ਉਹਨੂੰ? ਪੰਜਾਬੀ 'ਚ ਉਹਨੂੰ ਮੁਹੱਬਤ ਪਿਆਰ ਵੀ ਲਿਖ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਮੈਂ ਦੱਸ ਰਿਹਾ ਤੁਹਾਨੂੰ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਨੇ ਜੋ ਗਜ਼ਲ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਹੀ ਚੱਲੇ ਆਉਂਦੇ ਨੇ। ਨਵੇਂ ਜਿਨ੍ਹਾਂ ਨੇ ਕਦੇ ਉਰਦੂ ਨਹੀਂ ਸਿੱਖਿਆ ਹੈਗਾ, ਨਹੀਂ ਪੜ੍ਹਿਆ ਹੈਗਾ, ਨਵੀਂ ਪਨੀਰੀ ਦੇ ਲੇਖ, ਉਹ ਵੀ ਇਹੀ ਸ਼ਬਦਾਂ ਨੂੰ ਵਰਤੀ ਜਾਂਦੇ ਨੇ ਦੇਖ ਕੇ। ਸੋ ਇਹ ਨਹੀਂ ਵਰਤਣੇ ਚਾਹੀਦੇ। ਪੰਜਾਬੀ ਦੇ ਸ਼ਬਦਾਵਲੀ ਹੈ ਜਿਹੜੀ ਬਹੁਤ ਪਿਆਰੀ ਬੋਲੀ ਹੈ ਇਹ, ਤੇ ਇਹ ਸਾਨੂੰ ਵਰਤਣੀ ਚਾਹੀਦੀ ਹੈ। ਤੇ ਵਿਆਕਰਨ ਜਿਹੜੀ ਪੰਜਾਬੀ ਦੀ ਵਿਆਕਰਨ ਹੈ ਉਹਦੇ ਵਿੱਚ ਪਰਪੱਕ ਹੋਣਾ ਚਾਹੀਦਾ। ਭਾਸ਼ਾ ਤੇ ਪਕੜ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਮੈਂ ਪਹਿਲਾਂ ਹਾਇਰ ਸੈਕੰਡਰੀ ਤੱਕ ਹੀ ਪੰਜਾਬੀ ਪੜ੍ਹੀ ਸੀਗੀ, ਉਸ ਤੋਂ ਬਾਅਦ ਇੰਜੀਨੀਅਰਿੰਗ ਕਰਨ ਲੱਗ ਗਿਆ, ਤੇ ਮੈਂ ਆਪਣੇ ਆਪ ਨੂੰ ਭਾਸ਼ਾ 'ਚ ਇੰਨਾ ਪਰਪੱਕ ਨਹੀਂ ਸਮਝਦਾ ਸੀ, ਕਿਤੇ ਘਾਟ ਮਹਿਸੂਸ ਕਰਦਾ ਸੀ। ਫਿਰ ਮੈਂ ਸਪੈਸ਼ਲ ਬਾਏ CC 1993 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ BA ਕੀਤੀ ਮੈਂ। ਅੱਛਾ ਜੀ, ਬਾਏ CC। ਇਸੇ ਕਰਕੇ ਇਹ ਹੁੰਦਾ ਸ਼ੌਕ। ਹਾਂਜੀ, ਸ਼ੌਕ। ਹਾਂ, ਮੈਂ ਨੌਕਰੀ ਵੀ ਕਰਦਾ ਸੀ ਨਾਲ ਦੀ ਨਾਲ, ਉਹ ਵੀ ਬਾਏ CC ਮੈਂ ਕੀਤੀ ਉਹ। ਹਾਂਜੀ, ਕੋਰਸਪੋਂਡੈਂਸ ਰਾਹੀਂ ਕੀਤੀ। ਸੋ ਇਸ ਤਰ੍ਹਾਂ ਵੀ ਸਿੱਖਦੇ ਰਹਿਣਾ ਚਾਹੀਦਾ ਬੰਦੇ ਨੂੰ। ਸੋ ਅੱਜ ਵੀ ਮੈਂ ਪਹਿਲਾਂ ਪ੍ਰਿੰਸੀਪਲ ਤਖਤ ਸਿੰਘ ਜੀ ਤੋਂ ਸਿੱਖਿਆ ਲਈ ਗਜ਼ਲ ਦੀ, ਤੁਹਾਨੂੰ ਦੱਸਿਆ, ਤੇ ਹੁਣ ਮੈਂ ਸੁਲੱਖਣ ਸਰਹੱਦੀ ਸਾਹਿਬ ਤੋਂ ਇਸਲਾਹ ਲੈ ਰਿਹਾ।
ਤੇ ਸਿਰਫ ਮੈਂ ਆਪਣੀ ਕਿਤਾਬ ਬਾਰੇ ਨਹੀਂ ਕਹਿੰਦਾ, ਹੋਰ ਵੀ ਕਿਤਾਬਾਂ ਬਹੁਤ ਸਰਦੀ ਸਾਹਿਬ ਦੀਆਂ ਕਿਤਾਬਾਂ ਬਹੁਤ ਨੇ, ਤਖਤੀ ਕਰਕੇ ਦੱਸੀ ਹੋਈ ਆ ਉਹਨਾਂ ਨੇ, ਉਹਦੇ ਵਿੱਚ ਰੂਪ ਵਿਧਾਨ ਤੇ ਕਿਤਾਬਾਂ ਨੇ ਉਹਨਾਂ ਦੀਆਂ ਬਹੁਤ, ਸੰਪੂਰਨ ਪਿੰਗਲ ਅਤੇ ਰੂਜ ਆ ਉਹਨਾਂ ਦਾ, ਤੇ ਉਹ ਬਹੁਤ ਵਧੀਆ ਪੜ੍ਹਨਾ ਚਾਹੀਦਾ ਉਹ। ਤੇ ਇਹਦੇ ਵਿੱਚ ਜਿਹੜੀ ਤਖਤੀ ਕਰਕੇ ਦਿਖਾਈ ਆ ਮੈਂ ਹੇਠਾਂ ਇੱਕ ਸ਼ੇਅਰ ਦੀ, ਉਸ ਤਖਤੀ ਨੂੰ ਨਵੇਂ ਸਿੱਖਿਆਰਥੀਆਂ ਤੇ ਖੋਜਾਰਥੀਆਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਉਹਦੇ ਵਿੱਚ ਕਿਵੇਂ ਅੱਖਰ ਗਿਰਾਇਆ ਗਿਆ, ਉਹਦੀਆਂ ਮਾਤਰਾ ਨੇ ਜਿਹੜੀਆਂ, ਹਾਂਜੀ, ਉਹ ਗਿਰਾ ਵੀ ਸਕਦੇ ਹਾਂ ਆਪਾਂ ਮਾਤਰਾ ਨੂੰ ਲੋੜ ਪੈਣ ਤੇ, ਉਹ ਕਿਹੜੀ ਮਾਤਰ ਕਿੱਥੇ ਗਿਰਾਈ ਜਾ ਸਕਦੀ ਹੈ, ਉਹ ਸਾਰਾ ਤਖਤੀ ਦੇ ਵਿੱਚ ਪਤਾ ਲੱਗਦਾ। ਉਹ ਤਖਤੀ ਨੂੰ ਜਦੋਂ ਉਹ ਪੜ੍ਹਨਗੇ, ਧਿਆਨ ਨਾਲ ਵਾਚਣਗੇ, ਤਾਂ ਜ਼ਰੂਰ ਉਹ ਗਜ਼ਲ ਸਿੱਖਣ ਦੇ ਵਿੱਚ ਉਹਨਾਂ ਦੀ ਮਦਦ ਹੋਊਗੀ। ਉਹਨੂੰ ਪੜ੍ਹਨ ਤੇ ਚੰਗਾ ਹੀ ਲਿਖਣ, ਵਿਚਾਰਕ ਪੱਖੋਂ ਬਸ ਚੰਗਾ ਹਮੇਸ਼ਾ, ਹਾਂ, ਸੱਚਾ ਲਿਖਣ ਮਤਲਬ ਉਹ, ਤੇ ਉਹ ਲਿਖਣ ਜਿਹੜਾ ਲੋਕਾਂ ਦੇ ਕੰਮ ਆ ਸਕੇ ਜੀ, ਸਾਹਿਤ ਜਿਹੜਾ ਸਮਾਜ ਦੇ ਹਿੱਤ ਵਿੱਚ ਹੋਵੇ ਉਹੀ ਲਿਖਣਾ। ਉਹਦੇ ਹਰ ਰਚਨਾ, ਹਰ ਸ਼ੇਅਰ ਮਤਲਬ ਕੁਝ ਨਾ ਕੁਝ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਲਿਖਣਾ ਚਾਹੀਦਾ। ਉਹਦਾ ਜਿਹੜਾ ਟੀਚਾ ਚਾਹੀਦਾ ਉਹ ਕੁਝ ਨਾ ਕੁਝ ਨਵੀਂ ਸੇਧ ਸਮਾਜ ਨੂੰ ਦੇਣਾ, ਹਾਂਜੀ, ਲੋਕ ਪੱਖੀ ਹੋਣਾ ਚਾਹੀਦਾ ਉਹ, ਮੈਂ ਇਹ ਕਹਿਣਾ ਚਾਹੂੰਗਾ। ਧੂਰੀ ਸਾਹਿਬ ਨੇ ਸਾਡੇ ਨਾਲ ਸਮਾਂ ਕੱਢਿਆ, ਬਹੁਤ ਮੁੱਲਵਾਨ ਗੱਲਾਂ ਕੀਤੀਆਂ। ਆਸ ਹੈ ਕਿ ਪਾਠਕ ਇਸ ਗੱਲ ਤੋਂ ਜ਼ਰੂਰ ਸਿੱਖਿਆ ਲੈਣਗੇ ਕਿ ਜਿਸ ਤਰ੍ਹਾਂ ਇਹਨਾਂ ਨੇ ਗਜ਼ਲ ਲਿਖੀ ਹੈ ਤੇ ਉਹ ਨਾਲ ਦੀ ਨਾਲ ਉਹਦਾ ਐਨਾਲਿਸਿਸ ਕਰਕੇ ਦਿਖਾਇਆ ਕਿ ਇਹਦਾ ਇਹ ਰੂਪ ਵਿਧਾਨ ਹੈ, ਇਸ ਰੂਪ 'ਚ ਸਹੀ ਰਹਿਣੀ ਚਾਹੀਦੀ ਹੈ, ਉਸ ਤੋਂ ਵੀ ਸਾਡੇ ਪਾਠਕ ਦਰਸ਼ਕ ਫਾਇਦਾ ਲੈਣਗੇ। ਇਸ ਲਈ ਤੁਸੀਂ ਸਮਾਂ ਕੱਢਿਆ ਧੂਰੀ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਾਠਕਾਂ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਿੱਤੀਆਂ। ਮਿਹਰਬਾਨੀ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।